हाँ जी, ਗੁੱਡ ਮਾਰਨਿੰਗ ਸਟੂਡੈਂਟਸ। ਸੋ ਬੇਟਾ ਈਵੀਐਸ ਦੇ ਸਬਜੈਕਟ ਦੇ ਵਿੱਚ ਅਸੀਂ ਹਾਲੇ ਤੱਕ ਆਪਣਾ ਆਲਮੋਸਟ ਫਸਟ ਚੈਪਟਰ ਕੰਪਲੀਟ ਕਰ ਲਿਆ ਹੋਇਆ ਹੈ। ਠੀਕ ਹੈ ਜੀ, ਜਿਹਦੇ ਵਿੱਚ ਆਪਾਂ ਸਟੱਡੀ ਕੀਤਾ ਸੀ ਈਕੋਸਿਸਟਮ ਐਂਡ ਇਕੋਲੋਜੀ ਬਾਰੇ। ਸੋ ਵਟ ਇਜ਼ ਇਕੋਲੋਜੀ, ਵਟ ਇਜ਼ ਇਕੋਸਿਸਟਮ, ਦੋਨਾਂ ਦੇ ਵਿੱਚ ਕੀ ਡਿਫਰੈਂਸ ਹੈਗਾ ਆ। ਠੀਕ ਹੈ, ਤੇ ਇਕੋਲੋਜੀ ਦੇ ਕਰੈਕਟਰਿਸਟਿਕਸ ਕੀ ਹੈਗੇ, ਇਕੋਲੋਜੀ ਦੀ ਇੰਪੋਰਟੈਂਸ ਕੀ ਹੈਗੀ ਆ, ਈਕੋਸਿਸਟਮ ਦੀ ਇੰਪੋਰਟੈਂਸ, ਈਕੋਸਿਸਟਮ ਦੇ ਕਰੈਕਟਰਿਸਟਿਕਸ, ਤੇ ਉਸ ਤੋਂ ਬਾਅਦ ਸਸਟੇਨੇਬਲ ਡਿਵੈਲਪਮੈਂਟ। ਠੀਕ ਹੈ, ਇਹ ਮੇਨ ਟੋਟਲ 3 ਟੌਪਿਕ ਸੀਗੇ ਫਸਟ ਚੈਪਟਰ ਦੇ ਵਿੱਚ, ਛੋਟਾ ਜਿਹਾ ਚੈਪਟਰ ਸੀਗਾ। ਸੋ ਮੇਨ ਟੌਪਿਕ ਸਾਡਾ ਸੀਗਾ ਫਸਟ ਚੈਪਟਰ 'ਚ ਇਕੋਲੋਜੀ, ਸੈਕੰਡ ਟੌਪਿਕ ਸੀਗਾ ਇਕੋਸਿਸਟਮ ਐਂਡ ਥਰਡ ਟੌਪਿਕ ਸੀਗਾ ਸਸਟੇਨੇਬਲ ਡਿਵੈਲਪਮੈਂਟ। ਸੋ ਆਪਾਂ ਤਿੰਨੋਂ ਟੌਪਿਕ ਕਰ ਲਏ ਸੀਗੇ, ਇਹਨਾਂ ਦੇ ਇੰਪੋਰਟੈਂਟ ਕੁਐਸਚਨਸ ਮੈਂ ਤੁਹਾਨੂੰ ਸੈਂਡ ਕਰ ਦਾਂਗਾ। ਸੋ ਅੱਜ ਅਸੀਂ ਆਪਣਾ ਸੈਕੰਡ ਚੈਪਟਰ ਸਟਾਰਟ ਕਰਨਾ ਹੈ, ਜਿਹਦਾ ਨਾਮ ਹੈਗਾ ਆ ਕੰਜ਼ਰਵੇਸ਼ਨ ਆਫ ਲੈਂਡ ਰਿਫਾਰਮਸ। ਠੀਕ ਹੈ, ਕੰਜ਼ਰਵੇਸ਼ਨ ਆਫ ਲੈਂਡ ਰਿਫਾਰਮਸ। ਸੋ ਕੰਜ਼ਰਵੇਸ਼ਨ ਵਰਡ ਦਾ ਮੀਨਿੰਗ ਹੁੰਦਾ ਆ ਕਿਸੇ ਵੀ ਚੀਜ਼ ਨੂੰ ਬਚਾਉਣਾ, ਕਿਸੇ ਹੋਰ ਚੀਜ਼ ਤੋਂ ਕੰਜ਼ਰਵ ਕਰਨਾ, ਬਚਾ ਕੇ ਰੱਖਣਾ। ਠੀਕ ਹੈ, ਸੋ ਜਿਸ ਤਰ੍ਹਾਂ ਨਾਮ ਤੋਂ ਹੀ ਕਲੀਅਰ ਆ, ਕੰਜ਼ਰਵੇਸ਼ਨ ਆਫ ਲੈਂਡ, ਜਿਹੜੀ ਸਾਡੀ ਜ਼ਮੀਨ ਆ ਉਹਨੂੰ ਆਪਾਂ ਕਿਸ ਤਰ੍ਹਾਂ ਕੰਜ਼ਰਵ ਕਰਨਾ, ਕਿਸ ਤਰ੍ਹਾਂ ਬਚਾਉਣਾ ਆ, ਕਿਹੜੀ ਚੀਜ਼ ਤੋਂ, ਉਹ ਆਪਾਂ ਡਿਸਕਸ ਕਰਦੇ ਹਾਂ। ਸੋ ਬੇਸਿਕਲੀ ਆਪਾਂ ਇਸ ਚੈਪਟਰ ਦੇ ਵਿੱਚ ਸਟੱਡੀ ਕਰਨਾ ਹੈ ਕਿ ਜਿਹੜੀ ਸਾਡੀ ਜ਼ਮੀਨ ਹੈਗੀ ਆ, ਅਰਥ ਹੈਗੀ ਆ, ਸੋਇਲ ਹੈਗੀ ਆ, ਉਹਨੂੰ ਖਰਾਬ ਹੋਣ ਤੋਂ ਕਿਸ ਤਰ੍ਹਾਂ ਬਚਾਉਣਾ ਹੈ। ਠੀਕ ਹੈ ਜੀ, ਕਿਉਂ ਸਾਡੇ ਲਈ ਜ਼ਰੂਰੀ ਆ ਜਿਹੜੀ ਲੈਂਡ ਦੀ ਕੰਜ਼ਰਵੇਸ਼ਨ, ਜਿਹੜੇ ਸਾਡੇ ਪੇੜ ਪੌਦੇ ਆ ਉਹਨਾਂ ਨੂੰ ਸਾਡੇ ਲਈ ਬਚਾਉਣਾ ਕਿਉਂ ਜ਼ਰੂਰੀ ਆ, ਇਹ ਸਾਰੀਆਂ ਚੀਜ਼ਾਂ ਆਪਾਂ ਇਸ ਚੈਪਟਰ ਦੇ ਵਿੱਚ ਡਿਸਕਸ ਕਰਨੀਆਂ। ਠੀਕ ਹੈ ਜੀ, ਸੋ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਕਿ ਕੰਜ਼ਰਵੇਸ਼ਨ ਆਫ ਲੈਂਡ ਹੈ ਕੀ। So land conservation is really a set of method that aim to sustain the natural feature and functions of land. So naturally ਜਿਸ ਤਰ੍ਹਾਂ ਜਿਹੜੀ ਤੁਹਾਡੀ ਲੈਂਡ ਹੈਗੀ ਹੈ, ਜ਼ਮੀਨ ਹੈਗੀ ਆ, ਉਹ ਕਿਸ ਤਰ੍ਹਾਂ ਨੈਚੁਰਲ ਫੀਚਰ ਦੇ ਨਾਲ ਸਸਟੇਨ ਕਰਦੀ ਹੈ, ਯਾਨੀ ਕਿ ਉਹ ਅਗਰ ਆਪਾਂ ਇੱਕ ਗੱਲ ਕਰੀਏ ਇੱਕ ਏਰੀਆ ਦੀ, ਪਾਰਟੀਕੂਲਰ ਏਰੀਆ ਦੀ, ਉੱਥੇ ਕੋਈ ਇਨਸਾਨ ਨਹੀਂ ਰਹਿੰਦਾ। ਠੀਕ ਹੈ, ਪੇੜ ਪੌਦੇ ਲੱਗੇ ਹੋਏ ਆ, ਉਹ ਨੈਚੁਰਲੀ ਕਿਸ ਤਰ੍ਹਾਂ ਗਰੋ ਕਰ ਰਹੇ ਆ, ਉਹਨੂੰ ਉਸ ਤਰ੍ਹਾਂ ਹੀ ਗਰੋ ਕਰਨ ਦੇ, ਉਸ ਚੀਜ਼ ਨੂੰ ਕਹਿੰਦੇ ਆ ਲੈਂਡ ਕੰਜ਼ਰਵੇਸ਼ਨ। ਯਾਨੀ ਕਿ ਫੋਰ ਐਗਜ਼ਾਮਪਲ ਇੱਕ ਪਾਰਕ ਹੈਗਾ, ਪਾਰਕ ਦੇ ਵਿੱਚ ਪੇੜ ਪੌਦੇ ਲੱਗੇ ਹੋਏ ਆ, ਗਰਾਸ ਲੱਗੀ ਹੋਈ ਆ, ਉੱਥੇ ਕੋਈ ਹੋਰ ਹਿਊਮਨ, ਕੋਈ ਹੋਰ ਬੰਦਾ ਜਾ ਕੇ ਕੋਈ ਐਕਟੀਵਿਟੀ ਨਹੀਂ ਕਰਦਾ, ਨਾ ਪੇੜ ਕੱਟਦਾ ਹੈ, ਦਰਖਤ ਕੱਟਦਾ ਹੈ, ਨਾ ਕੁਝ ਹੋਰ। ਉਸ ਚੀਜ਼ ਨੂੰ ਕਹਿੰਦੇ ਆ ਨੈਚੁਰਲੀ ਗਰੋ ਕਰਨਾ। ਠੀਕ ਹੈ, ਸੋ ਆਪਾਂ ਆਪਣੀ ਲੈਂਡ ਨੂੰ ਇਸ ਤਰ੍ਹਾਂ ਬਣਾਉਣਾ ਹੈ ਕਿ ਉਹਦੇ ਵਿੱਚ ਕੋਈ ਹਿਊਮਨ ਇੰਟਰਫੇਰੈਂਸ ਬਾਹਰੋਂ ਨਾ ਹੋਵੇ, ਸਾਡੀ ਜਿਹੜੀ ਲੈਂਡ ਹੈਗੀ ਆ ਉਹ ਬਚ ਸਕੇ, ਜਿਹੜੀ ਉਹਦੀ ਉਪਜਾਊਪਨ ਹੈਗਾ ਲੈਂਡ ਦਾ ਉਹ ਬਰਕਰਾਰ ਰਹੇ। ਠੀਕ ਹੈ, ਸੋ ਉਹ ਕਿਸ ਤਰ੍ਹਾਂ ਬਰਕਰਾਰ ਰਹਿ ਸਕਦਾ, ਉਹਦੇ ਕਈ ਤਰੀਕੇ ਹੈਗੇ ਆ। ਠੀਕ ਹੈ, ਜਿਹੜੀ ਜ਼ਮੀਨ ਆ, ਇਹਦਾ ਜਿਹੜਾ ਉਪਜਾਊਪਨ ਆ, ਗਰੋਥ ਦੀ ਕੈਪੇਬਿਲਿਟੀ ਹੈਗੀ ਆ, ਸਾਡੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਸਾਨੂੰ ਫੂਡ ਇੱਥੋਂ ਹੀ ਮਿਲਦਾ ਹੈ। ਹੁਣ ਕੀ ਇੰਪੋਰਟੈਂਸ ਆ ਲੈਂਡ ਕੰਜ਼ਰਵੇਸ਼ਨ ਦੀ। ਸੋ ਉਸ ਤੋਂ ਪਹਿਲਾਂ ਇੱਕ ਕੰਜ਼ਰਵੇਸ਼ਨ ਏਰੀਆ ਕੀ ਹੁੰਦਾ ਹੈ। ਠੀਕ ਹੈ, ਕੰਜ਼ਰਵੇਸ਼ਨ ਏਰੀਆ ਕੀ ਹੁੰਦਾ, ਜਿੱਥੇ ਮਤਲਬ ਕੋਈ ਇੱਕ ਪਾਰਟੀਕੂਲਰ ਏਰੀਆ ਜਿੱਥੇ ਆਪਾਂ ਜ਼ਮੀਨ ਨੂੰ ਕੰਜ਼ਰਵ ਕੀਤਾ ਹੋਇਆ, ਉੱਥੇ ਆਪਾਂ ਜ਼ਮੀਨ ਦੇ ਉੱਪਰ ਕੋਈ ਐਕਟੀਵਿਟੀ ਨਹੀਂ ਕਰ ਸਕਦੇ, ਨਾ ਕੋਈ ਮਕਾਨ ਬਣਾ ਸਕਦੇ, ਨਾ ਦਰਖਤ ਕੱਟ ਸਕਦੇ ਆ, ਉਸ ਏਰੀਆ ਨੂੰ ਕਹਿੰਦੇ ਆ ਕੰਜ਼ਰਵੇਸ਼ਨ ਏਰੀਆ। ਸੋ ਇਹ ਕੰਜ਼ਰਵੇਸ਼ਨ ਏਰੀਆ ਇਜ਼ ਐਨ ਏਰੀਆ ਆਫ ਲੈਂਡ that has been awarded protected status in order to ensure that natural feature and culture heritage are safeguarded. ਸੋ ਇੱਕ ਪਾਰਟੀਕੂਲਰ ਏਰੀਆ ਜਿਹਨੂੰ ਅਵਾਰਡ ਕੀਤਾ ਜਾਂਦਾ ਹੈ ਕਿ ਇੱਥੇ ਨਾ ਹੀ ਕੋਈ ਹਿਊਮਨ ਇੰਟਰਫੇਰੈਂਸ ਹੋਏਗੀ, ਸੋ ਉੱਥੇ ਦਾ ਜੋ ਨੇਚਰ ਹੈਗਾ ਉਹ ਨੈਚੁਰਲੀ, ਜਿੰਦਾ ਦਾ ਇਕੋਸਿਸਟਮ ਹੈਗਾ, ਨੈਚੁਰਲੀ ਆਪਣੇ ਆਪ ਗਰੋ ਕਰਦਾ ਰਹੇ। ਠੀਕ ਹੈ, ਸੋ ਇਸ ਨੂੰ ਕਹਿੰਦੇ ਆ ਕੰਜ਼ਰਵੇਸ਼ਨ ਏਰੀਆ। ਸੋ ਕਿਉਂ ਜ਼ਰੂਰੀ ਆ, ਹੁਣ ਇੱਕ ਪਾਰਕ ਆ, ਉਹ ਵੀ ਇੱਕ ਲੈਂਡ ਕੰਜ਼ਰਵੇਸ਼ਨ ਏਰੀਆ ਆ। ਠੀਕ ਹੈ, ਜਿਹਨੂੰ ਕੰਜ਼ਰਵ ਕੀਤਾ ਹੋਇਆ ਕਿ ਉੱਥੇ ਗਰਾਸ ਲੱਗੀ ਹੋਈ ਆ, ਪੇੜ ਪੌਦੇ ਲੱਗੇ ਹੋਏ ਆ, ਆਪਾਂ ਜਾ ਕੇ ਉੱਥੇ ਤਾਜ਼ੀ ਹਵਾ ਲੈ ਸਕਦੇ ਹਾਂ, ਨੇਚਰ ਦੇ ਕਰੀਬ ਰਹਿ ਸਕਦੇ ਹਾਂ। ਠੀਕ ਆ, ਉਹ ਇੱਕ ਪਾਰਟੀਕੂਲਰ ਏਰੀਆ, ਉੱਥੇ ਕੋਈ ਮਕਾਨ ਨਹੀਂ ਬਣਾ ਸਕਦਾ, ਪਾਰਕ ਦੇ ਵਿੱਚ ਜਾ ਕੇ ਕੋਈ ਦਰਖਤ ਨਹੀਂ ਕੱਟ ਸਕਦਾ। ਠੀਕ ਆ, ਸੋ ਇੱਕ ਪਾਰਟੀਕੂਲਰ ਏਰੀਆ ਅਵਾਰਡ ਕਰਤਾ, ਉਹਨੂੰ ਕਹਿੰਦੇ ਆ ਕੰਜ਼ਰਵੇਸ਼ਨ ਲੈਂਡ। ਸੋ ਹੁਣ ਆਪਾਂ ਇਹਦੇ ਵਿੱਚ ਕੀ ਰੋਲ ਅਦਾ ਕਰ ਸਕਦੇ ਹਾਂ। ਇੱਕ ਪਾਰਟੀਕੂਲਰ ਬੰਦਾ, ਮੈਂ ਹੋ ਗਿਆ, ਤੁਸੀਂ ਸਾਰੇ ਹੋ ਗਏ, ਇਹਦੇ ਵਿੱਚ ਕੀ ਰੋਲ ਪਲੇ ਕਰ ਸਕਦੇ ਹਾਂ ਜ਼ਮੀਨ ਨੂੰ ਬਚਾਉਣ ਦੇ ਲਈ। ਠੀਕ ਹੈ, ਤੇ ਕੀ ਕਰ ਸਕਦੇ ਹਾਂ ਆਪਾਂ, ਜਿਹੜੀ ਫਸਲਾਂ ਆ ਉਹਨਾਂ ਨੂੰ ਅੱਗ ਨਾ ਲਾਈਏ।
ਠੀਕ ਹੈ। ਜਿਹੜੇ ਫਰਟੀਲਾਈਜ਼ਰ ਖੇਤਾਂ ਵਿੱਚ ਯੂਜ਼ ਹੁੰਦੇ ਆ, ਕੈਮੀਕਲਸ ਖੇਤਾਂ ਦੇ ਵਿੱਚ ਯੂਜ਼ ਹੁੰਦੇ ਆ, ਉਹਨਾਂ ਦਾ ਯੂਜ਼ ਨਾ ਕਰੀਏ। ਠੀਕ ਹੈ। ਜ਼ਿਆਦਾ ਤੋਂ ਜ਼ਿਆਦਾ ਦਰਖਤ ਪਲਾਂਟ ਕਰੀਏ, ਨਵੇਂ ਦਰਖਤ ਉਗਾਈਏ। ਠੀਕ ਹੈ। ਤੇ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਰੀਸਾਈਕਲਡ ਪ੍ਰੋਡਕਟ ਹੁੰਦੇ ਆ, ਪਲਾਸਟਿਕ ਦਾ ਯੂਜ਼ ਨਾ ਕਰੀਏ। ਜਿਹੜੇ ਰੀਸਾਈਕਲਡ ਪ੍ਰੋਡਕਟ ਆ ਉਹਨਾਂ ਦਾ ਯੂਜ਼ ਕਰੀਏ। ਸੋ ਇਹ ਕੁਛ ਇਹ ਤਰੀਕੇ ਆ ਜਿਹਦੇ ਨਾਲ ਆਪਾਂ ਇੱਕ ਪਰਟੀਕੂਲਰ ਬੰਦਾ ਵੀ ਲੈਂਡ ਕੰਜ਼ਰਵੇਸ਼ਨ ਦੇ ਵਿੱਚ ਹਿੱਸਾ ਲੈ ਸਕਦਾ ਹੈ। ਠੀਕ ਹੈ ਜੀ। ਹੁਣ ਲੈਂਡ ਕੰਜ਼ਰਵੇਸ਼ਨ ਨੂੰ ਦੇ ਵਿੱਚ ਕਈ ਤਰ੍ਹਾਂ ਦੀ ਚੀਜ਼ਾਂ ਜਿਹਦੇ ਨਾਲ ਲੈਂਡ ਜਿਹੜੀ ਆ ਖਰਾਬ ਹੁੰਦੀ, ਜ਼ਮੀਨ ਖਰਾਬ ਹੋ ਜਾਂਦੀ। ਉਹਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਹੈਗਾ ਆ ਸੋਇਲ ਇਰੋਜਨ। ਸੋ ਵਾਟ ਇਜ਼ ਸੋਇਲ ਇਰੋਜਨ? Soil erosion is the detachment, transport, and deposition of soil particle on land surface, also termed as loss of soil. ਠੀਕ ਹੈ। ਹੁਣ ਆ ਤੁਹਾਡੇ ਸਾਹਮਣੇ ਇੱਕ ਏਰੀਆ ਹੈ ਜਿੱਥੇ ਉੱਪਰ ਗਰਾਸ ਤੇ ਪੇੜ ਪੌਦੇ ਨਹੀਂ ਸੀਗਾ, ਪਿੱਛੇ ਪੇੜ ਪੌਦੇ ਲੱਗੇ ਆ, ਉਹ ਏਰੀਆ ਬਿਲਕੁਲ ਹਰਾ ਭਰਿਆ। ਲੇਕਿਨ ਅਗਰ ਆਪਾਂ ਜ਼ਮੀਨ ਦੇ ਉੱਪਰੋਂ ਗਰਾਸ ਨੂੰ ਰਿਮੂਵ ਕਰ ਦਾਂਗੇ, ਪੇੜ ਪੌਦੇ ਕੱਟ ਦਾਂਗੇ, ਤਾਂ ਉਹ ਜਿਹੜੀ ਸੋਇਲ ਆ ਉਹਦੇ ਵਿੱਚ ਇਰੋਜਨ ਹੋ ਜਾਣੀ। ਇਰੋਜਨ ਕਿਹਦੇ ਨਾਲ ਹੋ ਜਾਣੀ? ਪਾਣੀ ਦੇ ਨਾਲ। ਹੁਣ ਇੱਥੋਂ ਸਾਰਾ ਪਾਣੀ, ਕਿਉਂਕਿ ਉੱਥੇ ਪਾਣੀ ਨੀਚੇ ਜਾ ਨਹੀਂ ਸਕਦਾ, ਇੱਥੇ ਪਾਣੀ ਆਇਆ, ਉਹਨੇ ਸਾਰੀ ਜਿਹੜੀ ਉੱਪਰਲੀ ਪਰਤ ਹੈਗੀ ਆ, ਸਰਫੇਸ ਦੀ ਪਰਤ ਹੈਗੀ ਆ, ਉਹਨੂੰ ਖੋਰ ਦਿੱਤਾ। ਠੀਕ ਹੈ। ਇਰੋਜਨ ਦਾ ਮਤਲਬ ਹੁੰਦਾ ਖੋਰ ਦੇਣਾ। ਸੋ ਇਹਦੇ ਨਾਲ ਕੀ ਹੋ ਗਿਆ? ਲੈਂਡ ਸੋਇਲ ਇਰੋਜਨ ਹੋ ਗਈ। ਇਹਦੇ ਨਾਲ ਕੀ ਆ, ਜਿਹੜੀ ਉੱਪਰਲੀ ਪਰਤ ਹੁੰਦੀ, ਜਿਹੜੀ ਸਭ ਤੋਂ ਜ਼ਿਆਦਾ ਉਪਜਾਊ ਹੁੰਦੀ ਹੈ ਜ਼ਮੀਨ ਦੀ, ਉਹ ਪਾਣੀ ਦੇ ਨਾਲ ਵਾਸ਼ ਆਫ ਹੋ ਜਾਂਦੀ ਆ। ਸੋਇਲ ਇਰੋਜਨ ਇਜ਼ ਕੋਜ਼ਡ ਬਾय, ਹੁਣ ਕਿਹੜੇ ਕਿਹੜੇ ਰੀਜ਼ਨ ਆ ਜਿਹਦੇ ਨਾਲ ਸੋਇਲ ਇਰੋਜਨ ਹੁੰਦੀ ਆ? ਨੈਚੁਰਲ ਪ੍ਰੋਸੈਸ ਕਿਹੜਾ ਹੈ? ਨੈਚੁਰਲ ਤਰੀਕੇ ਨਾਲ ਵੀ ਸੋਇਲ ਇਰੋਜਨ ਹੋ ਜਾਂਦੀ ਹੈ, ਜਿੱਦਾਂ ਵਾਟਰ ਤੇ ਵਿੰਡ। ਬਹੁਤ ਜ਼ਿਆਦਾ ਤੇਜ਼ ਪਾਣੀ ਕਿਤੇ ਆ ਜਾਏ ਤਾਂ ਜ਼ਮੀਨ ਜਿਹੜੀ ਉੱਪਰਲੀ ਪਰਤ ਆ ਮਿੱਟੀ ਦੀ, ਉਹ ਨਾਲ ਉਹਦੇ ਫਲੋ ਕਰ ਜਾਂਦੀ ਆ। ਬਹੁਤ ਤੇਜ਼ ਹਵਾ ਚੱਲੇ ਉਹਦੇ ਨਾਲ ਵੀ ਉੱਪਰਲੀ ਪਰਤ ਉੱਡ ਜਾਂਦੀ ਆ ਮਿੱਟੀ ਦੀ। ਹਿਊਮਨ ਐਕਟੀਵਿਟੀ, ਤੇ ਇਹ ਹੋ ਗਿਆ ਨੈਚੁਰਲ ਪ੍ਰੋਸੈਸ। ਆ ਹੋ ਗਿਆ ਮੈਨ ਮੇਡ। ਓਵਰ ਕ੍ਰੋਪਿੰਗ, ਆਪਾਂ ਬਾਰ-ਬਾਰ ਘੱਟ ਜ਼ਮੀਨ ਦੇ ਉੱਪਰ ਬਾਰ-ਬਾਰ ਫਸਲਾਂ ਚੇਂਜ ਕਰੀ ਜਾ ਰਹੇ ਹਾਂ, ਬਹੁਤ ਫਸਲਾਂ ਲਗਾ ਰਹੇ ਹਾਂ, ਉਹਦੇ ਨਾਲ ਕੀ ਆ, ਉਹਦੀ ਜਿਹੜਾ ਉਪਜਾਊਪਨ ਆ ਉਹ ਘੱਟ ਜਾਂਦਾ ਹੈ। ਓਵਰ ਗ੍ਰੇਜ਼ਿੰਗ, ਜ਼ਿਆਦਾ ਪਸ਼ੂ ਉੱਥੇ ਚਰਦੇ ਪਏ ਆ, ਓਵਰ ਗ੍ਰੇਜ਼ ਕਰਦੇ ਪਏ ਆ, ਉਹਦੇ ਨਾਲ ਕੀ ਆ, ਉਹਦੀ ਇਰੋਜਨ ਹੋ ਜਾਂਦੀ ਹੈ। ਡੀਫੋਰੈਸਟ੍ਰੇਸ਼ਨ, ਸਭ ਤੋਂ ਮੇਨ ਕਾਰਨ ਹੈਗਾ ਹੈ ਸੋਇਲ ਇਰੋਜਨ ਦਾ ਡੀਫੋਰੈਸਟ੍ਰੇਸ਼ਨ, ਯਾਨੀ ਕਿ ਜੰਗਲਾਂ ਦੀ ਕਟਾਈ। ਠੀਕ ਹੈ। ਜਿੱਥੇ ਜਿੱਥੇ ਪੇੜ ਪੌਦੇ ਲੱਗੇ, ਆਪਾਂ ਪੇੜ ਪੌਦੇ ਕੱਟੀ ਜਾ ਰਹੇ ਹਾਂ, ਸ਼ਹਿਰ ਵਧੀ ਜਾ ਰਹੇ ਆ। ਜਿੱਥੇ ਮਕਾਨ ਬਣਨਾ ਉੱਥੇ ਕੋਈ ਦਰਖਤ ਲੱਗਾ, ਉਹਨੂੰ ਆਪਾਂ ਕੱਟ ਦਿੰਦੇ ਹਾਂ। ਠੀਕ ਹੈ। ਸੋ ਇਸ ਸਾਰੀ ਚੀਜ਼ ਨੂੰ ਕਹਿੰਦੇ ਆ ਡੀਫੋਰੈਸਟੇਸ਼ਨ। ਸੋ ਇਹ ਕੁਝ ਕਾਰਨ ਸੀਗੇ ਸੋਇਲ ਇਰੋਜਨ ਦੇ। ਹੁਣ ਆ ਗਈ ਕਿ ਕਿੰਨੀ ਤਰ੍ਹਾਂ ਦੀ ਹੁੰਦੀ ਹੈ ਸੋਇਲ ਇਰੋਜਨ। ਸੋ ਆਹ ਤੁਹਾਡੇ ਸਾਹਮਣੇ ਹੈਗੀ ਇੱਕ ਟਾਈਪ, ਸ਼ੀਟ ਇਰੋਜਨ। ਠੀਕ ਹੈ। ਇਹਦੇ ਵਿੱਚ ਕੀ ਆ, ਪਾਣੀ ਦੇ ਨਾਲ, ਮੀਂਹ ਪੈਣ ਦੇ ਨਾਲ ਕੁਛ ਪਰਤ ਜਿਹੜੀ ਉੱਪਰਲੀ ਆ ਉਹ ਪਾਣੀ ਦੇ ਨਾਲ ਬਹਿ ਜਾਂਦੀ ਆ, ਇਹਨੂੰ ਕਹਿੰਦੇ ਆ ਸ਼ੀਟ ਇਰੋਜਨ। ਗਲੀ ਇਰੋਜਨ, ਇਹਦੇ ਵਿੱਚ ਕੀ ਆ ਕਿ ਪਹਾੜ ਪੈ ਜਾਂਦਾ, ਜਿੱਦਾਂ ਜ਼ਮੀਨ ਦੇ ਉੱਪਰ ਬਹੁਤ ਤੇਜ਼ ਪਾਣੀ ਕਿਤੇ ਆ ਗਿਆ, ਉਹ ਆਪਣੇ ਨਾਲ ਕਾਫੀ ਮਿੱਟੀ ਨੂੰ ਫਲੋ ਕਰਕੇ ਲੈ ਗਿਆ, ਇਹਨੂੰ ਕਹਿੰਦੇ ਆ ਗਲੀ ਇਰੋਜਨ। ਠੀਕ ਹੈ। ਆ ਗਈ ਰਿਲ ਇਰੋਜਨ, ਜਿੱਦਾਂ ਪਹਾੜੀ ਏਰੀਏ ਦੇ ਵਿੱਚ ਪਾਣੀ ਉੱਪਰ ਤੇਜ਼ ਆਇਆ ਤੇ ਉਹਦੇ ਨਾਲ ਆ ਚੀਜ਼ ਹੋ ਗਈ, ਇਹਨੂੰ ਕਹਿੰਦੇ ਆ ਰਿਲ ਇਰੋਜਨ। ਸਟਰੀਮ ਬੈਂਕ ਇਰੋਜਨ, ਸਟਰੀਮ ਬੈਂਕ ਇਰੋਜਨ ਦਾ ਮਤਲਬ ਕੀ ਆ, ਜਿੱਥੇ ਕੋਈ ਨਦੀ ਵਹਿ ਰਹੀ ਆ, ਉਹ ਆਪਣੀ ਸਾਈਡ, ਜਿੱਥੇ ਉਹਦਾ ਐਂਡ ਹੈਗਾ ਨਦੀ ਦਾ, ਨਾਲੇ ਦਾ ਐਂਡ ਹੈਗਾ, ਉਹਦੇ ਨਾਲ ਜ਼ਮੀਨ ਨੂੰ ਖੋਰ ਦਿੰਦੀ ਆ। ਠੀਕ ਹੈ। ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਪੜ੍ਹਨਾ ਇਹਨੂੰ, ਟਾਈਪਸ ਸਿਰਫ ਯਾਦ ਰੱਖਣੀਆਂ ਕਿ ਟਾਈਪਸ ਦਾ ਮਤਲਬ ਕੀ ਹੁੰਦਾ ਹੈ। ਠੀਕ ਹੈ। ਹਾਂਜੀ। ਸੋ ਇੱਕ ਹੋਰ ਰੀਜ਼ਨ ਹੈਗਾ ਆ, ਜਿਸ ਤਰ੍ਹਾਂ ਲੈਂਡਸਲਾਈਡ। ਠੀਕ ਆ, ਸੜਕ ਨਿਕਲ ਰਹੀ ਸੀਗੀ ਉੱਥੇ, ਪਹਾੜ ਨੂੰ ਕੱਟ ਕੇ ਆਪਾਂ ਸੜਕ ਬਣਾਈ ਹੋਈ ਸੀ, ਲੇਕਿਨ ਜਦੋਂ ਕਿਤੇ ਜ਼ਿਆਦਾ ਮੀਂਹ ਪਿਆ ਤੇ ਉੱਥੋਂ ਪਹਾੜ ਪੂਰਾ ਥੱਲੇ ਨੂੰ ਖਿਸਕ ਗਿਆ, ਇਸ ਨੂੰ ਕਹਿੰਦੇ ਆ ਲੈਂਡਸਲਾਈਡ। ਠੀਕ ਹੈ। ਹੁਣ ਇਹਦੇ ਇਫੈਕਟ ਕੀ ਪੈਂਦੇ ਆ, ਸੋਇਲ ਇਰੋਜਨ ਦਾ ਇਫੈਕਟ ਕੀ ਹੈਗਾ? ਸੋ ਰਿਡਿਊਸ ਦੀ ਕ੍ਰੌਪ ਪ੍ਰੋਡਕਸ਼ਨ, ਜਿਹੜੀ ਤੁਹਾਡੀ ਜ਼ਮੀਨ ਦਾ ਉਪਜਾਊਪਨ ਆ ਉਹ ਘਟ ਜਾਣਾ। ਇਹਦੇ ਨਾਲ ਕੀ ਆ, ਜਿਹੜੀ ਫਸਲਾਂ ਦੀ ਜਿਹੜੀ ਪੈਦਾਵਾਰ ਆ ਉਹ ਘਟ ਜਾਣੀ ਆ। ਠੀਕ ਹੈ। ਪਲਾਂਟ ਪ੍ਰੋਡਕਟਿਵਿਟੀ ਡਿਕਲਾਈਨ, ਡੀਸਰਟੀਫਿਕੇਸ਼ਨ। ਠੀਕ ਹੈ। ਜਿਹੜਾ ਤੁਹਾਡਾ ਜ਼ਮੀਨ ਆ ਹੌਲੀ ਹੌਲੀ ਡੈਜ਼ਰਟ ਬਣ ਜਾਊਗਾ, ਮਰੂਥਲ ਬਣ ਜਾਊਗਾ, ਉਹਦੀ ਉਪਜਾਊਪਨ ਬਿਲਕੁਲ ਘਟ ਜਾਣਾ, ਉਹਨੇ ਹੌਲੀ ਹੌਲੀ ਰੇਤਾ ਹੀ ਰਹਿ ਜਾਣਾ, ਉਹਦੇ ਵਿੱਚ ਫਿਰ ਕੋਈ ਫਸਲ ਨਹੀਂ ਉੱਗਿਆ ਕਰੇਗੀ। ਸੋ ਇਹ ਕੁਛ ਇਫੈਕਟ ਸੀਗੇ ਸੋਇਲ ਇਰੋਜਨ ਦੇ। ਤੇ ਹੁਣ ਹੈਗੇ ਆ ਕਿ ਮੈਥਡਸ, ਕਿ ਆਪਾਂ ਇਸ ਚੀਜ਼ ਨੂੰ ਕਿਸ ਤਰ੍ਹਾਂ ਰੋਕ ਸਕਦੇ ਹਾਂ। ਠੀਕ ਹੈ। ਕਿਸ ਤਰ੍ਹਾਂ ਰੋਕ ਸਕਦੇ ਹਾਂ ਕਿ ਆਪਾਂ ਇੱਕ ਹੀ ਫਸਲ ਬਾਰ-ਬਾਰ ਨਾ ਬੀਜੀਏ। ਠੀਕ ਹੈ। ਸਾਰਿਆਂ ਨੂੰ ਪਤਾ ਹੀ ਆ ਕਿ ਆਪਾਂ ਕਣਕ ਝੋਨਾ ਹੀ ਬੀਜੀ ਜਾਵਾਂਗੇ ਇੱਕੋ ਜ਼ਮੀਨ ਦੇ ਉੱਪਰ, ਤਾਂ ਉਹਦੀ ਉਪਜਾਊਪਨ ਘਟ ਜਾਂਦਾ। ਸੋ ਆਪਾਂ ਬਾਰ-ਬਾਰ ਫਸਲਾਂ ਨੂੰ ਚੇਂਜ ਕਰਕੇ ਗਰੋ ਕਰੀਏ ਇੱਕ ਖੇਤ ਦੇ ਵਿੱਚ। ਠੀਕ ਹੈ। ਸਟ੍ਰਿਪ ਕ੍ਰੋਪਿੰਗ, ਪਹਾੜਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਇਸ ਤਰ੍ਹਾਂ ਦੇ ਬਣੇ ਹੁੰਦੇ ਆ ਕਿ ਉਸ ਏਰੀਏ ਦੇ ਵਿੱਚ
ਸਟ੍ਰਿਪ ਕ੍ਰੋਪਿੰਗ ਕੀਤੀ ਜਾਂਦੀ ਆ। ਹੋਰ ਇਸ ਤੋਂ ਇਲਾਵਾ ਆਪਾਂ ਕੀ ਕਰ ਸਕਦੇ ਹਾਂ, ਡੈਜ਼ਰਟੀਫਿਕੇਸ਼ਨ ਨੂੰ ਰੋਕੀਏ, ਯਾਨੀ ਕਿ ਜੰਗਲਾਂ ਦੀ ਕਟਾਈ ਨੂੰ ਰੋਕ ਸਕਦੇ ਹਾਂ। ਠੀਕ ਹੈ, ਜ਼ਿਆਦਾ ਤੋਂ ਜ਼ਿਆਦਾ ਖੁਦ ਆਪਾਂ ਪੇੜ ਉਗਾਈਏ, ਜਿੱਥੇ ਸਾਨੂੰ ਜਗ੍ਹਾ ਮਿਲਦੀ ਆ ਉੱਥੇ ਆਪਾਂ ਇੱਕ ਪੇੜ ਜ਼ਰੂਰ ਲਗਾਈਏ। ਸੋ ਇਹ ਕੁਝ ਤਰੀਕੇ ਸੀਗੇ ਜਿਨ੍ਹਾਂ ਦੇ ਨਾਲ ਆਪਾਂ ਸੋਇਲ ਐਰੋਜਨ ਨੂੰ ਰੋਕ ਸਕਦੇ ਹਾਂ। ਸੋ ਇਹ ਸੀਗਾ ਅੱਜ ਦਾ ਲੈਕਚਰ। ਹੁਣ ਕੱਲ ਦੇ ਲੈਕਚਰ ਦੇ ਵਿੱਚ ਆਪਾਂ ਗੱਲ ਕਰਾਂਗੇ ਡੈਜ਼ਰਟੀਫਿਕੇਸ਼ਨ ਬਾਰੇ, ਯਾਨੀ ਜੰਗਲਾਂ ਦੀ ਕਟਾਈ ਬਾਰੇ। ਠੀਕ ਹੈ, ਤੇ ਨਾਲ ਗੱਲ ਕਰਾਂਗੇ ਪ੍ਰਜ਼ਰਵੇਸ਼ਨ ਆਫ ਸਪੀਸ਼ੀਜ਼, ਕਿ ਜਿਹੜੇ ਜੀਵ ਜੰਤੂ ਖਤਮ ਹੋਏ ਜਾ ਰਹੇ ਆ ਕਈ, ਉਹਨਾਂ ਨੂੰ ਆਪਾਂ ਕਿੱਦਾਂ ਬਚਾ ਸਕਦੇ ਹਾਂ। ਸੋ ਜੇ ਕਿਸੇ ਸਟੂਡੈਂਟ ਦਾ ਕੋਈ ਡਾਊਟ ਹੋਇਆ, ਆਪਾਂ ਲਾਈਵ ਸੈਸ਼ਨ ਕਰਾਂਗੇ, ਉਹਦੇ ਵਿੱਚ ਆਪਣੇ ਡਾਊਟ ਕਲੀਅਰ ਕਰਦੇ ਹਾਂ।